ਕੰਮ ਕੀ ਕਰਦੇ ਸੀ, ਤੁਹਾਡਾ ਕਿੱਤਾ ਕੀ ਸੀ ਉਸ ਸਮੇਂ? उस समय ग्रंथी सिंह से गुरुद्वारा साहब जिम्मेवारियां धी समझा भैन समझ मान समझना है। हाँ जी। ਪਰਾਈ ਇਸਤਰੀ ਦਾ ਸੰਗ ਕਰਨਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਜਾਂ ਸਿੱਖ ਧਰਮ? नहीं जी। ਉਹਨਾਂ ਲੋਕਾਂ ਲਈ ਤੁਸੀਂ ਇੱਕ ਰੋਲ ਮਾਡਲ ਬਣਦੇ ਹੋ ਜਿਹੜੇ ਗੁਰੂ ਘਰਾਂ ਦੇ ਵਿੱਚ ਪਾਠੀ ਨੇ। ਫਿਰ ਤੁਹਾਨੂੰ ਖੁਦ ਨੂੰ ਇਹ ਗੱਲ ਕਿਉਂ ਭੁੱਲ ਗਈ ਕਿ ਮੈਂ ਜਿਹੜੇ ਰਾਹ ਤੇ ਚੱਲ ਪਿਆ ਇਹ ਤਾਂ ਗੁਰੂ ਦਾ ਰਾਹ ਹੀ ਨਹੀਂ ਹੈ? ਤੁਹਾਡੀ ਕੀ ਮੱਤ ਮਾਰੀ ਗਈ ਸੀ? ਤੁਹਾਨੂੰ ਇੰਨਾ ਪਤਾ ਨਹੀਂ ਸੀਗਾ ਕਿ ਮੇਰਾ ਤਾਂ ਇਹ ਰਾਹ ਹੀ ਨਹੀਂ ਹੈਗਾ, ਮੇਰਾ ਰਸਤਾ ਹੀ ਨਹੀਂ, ਮੇਰੇ ਤਾਂ ਗੁਰੂ ਇਹ ਗੱਲ ਕਹਿੰਦੇ ਹੀ ਨਹੀਂ? नहीं शराब तो नहीं पींदे, उन्हें लाया जी मैंने शराब पीन। वो आप खुद पींदी शराब तो मैंने कहते भी तुम भी पी। वो आप भी पींदी सी, कहते भी मैं भी पीनी है, तुम भी पी। ਜੇਕਰ ਤੁਹਾਨੂੰ ਕਹਿ ਦਈਏ ਜ਼ਹਿਰ ਦੇ ਦੇਵੇ, ਕੋਈ ਪਾਰਾ ਦੇ ਦੇਵੇ, ਉਹ ਵੀ ਖਾ ਲਓ? नहीं जी। सो मैं इस गल तो माफ़ी मंगदा जी, जो मैं तो गलती हुई है ये साध संगत मैं माफ़ी मंगदा भी ये मेरा गुरु घर गलती हुई है, ये मैं माफ़ी चाहना जी। ਫਿਰ ਦੁਬਾਰਾ ਗੁਰੂ ਘਰ ਡਿਊਟੀ ਕਿਉਂ ਕਰਨੀ ਸ਼ੁਰੂ ਕਰਤੀ? ਤੁਹਾਨੂੰ ਪਤਾ ਨਹੀਂ ਸੀਗਾ ਕਿ ਮੈਂ ਪਹਿਲਾਂ ਗੁਨੇਗਾਰ ਹਾਂ, ਮੈਂ ਫਿਰ ਕਿਉਂ ਦੁਬਾਰੇ ਗੁਨਾਹ ਕਰ ਰਿਹਾ? ਇਹ ਉਹਦੇ ਕਹਿਣ ਤੇ ਕਿਤੇ ਕਹਿੰਦੇ ਵੀ ਤੂੰ ਗੁਰੂ ਘਰ ਤੂੰ ਫੈਕਟਰੀ ਨਾ ਜਾ, ਫੈਕਟਰੀ ਰਹਿਣ ਦੇ, ਤੂੰ ਗੁਰਦੁਆਰਾ ਸਾਹਿਬ ਜਾ ਕੇ ਡਿਊਟੀ ਕਰ। ਉਹਦੇ ਅਸੀਂ 2-3 ਵਾਰੀ ਮੈਨੂੰ ਫੜਿਆ ਵੀ ਹੈ ਜੀ। ਮੈਂ ਜਦੋਂ ਮੈਂ ਕੰਮ ਤੇ ਚੱਲ ਜਾਂਦਾ ਸੀ ਮਗਰ ਆ ਕੇ ਮੇਰੇ ਕਮਰੇ 'ਚ ਬਹਿ ਜਾਂਦਾ ਸੀ। ਕਦੀ ਉਹ ਤੇਲ ਬਣਾਉਂਦਾ ਹੈ, ਕਦੀ ਰੋਟੀਆਂ ਪਕਾ ਖਾਂਦਾ ਹੈ, ਕਦੀ ਕੁਛ ਕਰਦਾ, ਕਦੀ ਕੁਛ ਕਰਦਾ। 2-3 ਵਾਰੀ ਆਪ ਦੇਖਿਆ ਇਹਨਾਂ ਨੂੰ। ਕਿਤੇ ਇਹ ਤਾਂ ਨਹੀਂ ਕਿ ਸਿੱਖ ਦੇ ਭੇਸ ਦੇ ਵਿੱਚ ਜਿਹੜਾ ਕਹਿ ਦਈਏ ਕਿ ਦੋਗਲੇ ਬੰਦੇ ਫਿਰਦੇ ਹੋਣ, ਜਿਹੜੇ ਸਿੱਖ ਕੌਮ ਨੂੰ ਬਦਨਾਮ ਕਰਦੇ ਫਿਰਦੇ ਹੋਣ, ਸ਼ੇਰ ਦੀ ਖੱਲ 'ਚ ਭੇੜੀਏ ਤਾਂ ਨਹੀਂ ਤੁਰੇ ਫਿਰਦੇ? ਹੁਣ ਤੁਸੀਂ ਸਿਆਣੇ ਹੋ ਵੀ 2 ਜਣੇ ਇੱਕ ਜਣੇ ਦੇ 2 ਪਤੀ ਕਿਵੇਂ ਰਹਿ ਸਕਦੇ ਆ ਜੀ? ਇੱਕ ਪਤੀ ਦੇ 2 ਪਤਨੀਆਂ ਵੀ ਨਹੀਂ ਨਾ ਰਹਿ ਸਕਦੀਆਂ, ਇੱਕ ਜਨਾਨੀ ਦੇ 2 ਪਤੀ ਨਹੀਂ ਰਹਿ ਸਕਦੇ, ਫਿਰ ਇੱਕ ਪਤੀ ਦੇ 2 ਪਤਨੀਆਂ ਰਹਿ ਸਕਦੀਆਂ ਨੇ? ਗੁਰੂ ਦੇ ਨਾਂ ਨੂੰ ਦਾਗ ਲਾਇਆ, ਗੁਰੂ ਘਰ ਦੇ ਵਿੱਚ ਬਹਿ ਕੇ ਸ਼ਰਾਬ ਪੀਤੀ ਹੈ, ਗੁਰੂ ਘਰ ਜਾਂਦੇ ਰਹੇ ਹੋ ਸ਼ਰਾਬ ਪੀਣ ਤੋਂ ਬਾਅਦ। ਹਾਂਜੀ ਮੈਂ ਮਾफ़ी ਮੰਗਦਾ ਜੀ, ਮੈਂ ਗਲਤੀ ਮੰਨਦਾ ਜੀ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ। Press the bell icon and never missing video from Sirat Punjab D। ਕੁਝ ਦਿਨ ਪਹਿਲਾਂ ਇੱਕ ਘਟਨਾ ਸਾਡੇ ਸਾਹਮਣੇ ਆਈ ਸੀ। ਘਟਨਾ ਕੀ ਸੀਗੀ? ਇੱਕ ਪਾਠੀ ਸਿੰਘ ਤੇ ਇਲਜ਼ਾਮ ਲੱਗੇ ਸੀ ਕਿ ਉਹ ਸ਼ਰਾਬ ਪੀ ਕੇ ਗੁਰੂ ਘਰ ਜਾਂਦਾ ਹੈ ਤੇ ਇੱਕ ਔਰਤ ਦੇ ਨਾਲ 2 ਸਾਲ ਤੱਕ ਉਹਨੇ ਜਿਹੜੇ ਸਰੀਰਕ ਸੰਬੰਧ ਬਣਾਏ ਨੇ ਉਹ ਵੀ ਬਿਨਾਂ ਵਿਆਹ ਕਰਾਇਆ ਹੋਇਆ, ਪਹਿਲੀ ਘਰ ਵਾਲੀ ਮੌਜੂਦ ਹੁੰਦਿਆਂ ਉਹ ਪਾਠੀ ਸਿੰਘ ਨੇ ਜਿਹੜਾ ਔਰਤ ਨਾਲ ਗੈਰ ਸੰਬੰਧ ਬਣਾਏ ਨੇ ਤੇ ਉਸ ਪਾਠੀ ਨਾਲ ਆਪਾਂ ਫੋਨ ਕਾਲ ਤੇ ਗੱਲ ਕੀਤੀ ਸੀ। ਪਰ ਅੱਜ ਉਹ ਪਾਠੀ ਜਿਹੜਾ ਖੁਦ ਸਾਡੇ ਕੋਲੇ ਕੈਮਰੇ ਦੇ ਸਾਹਮਣੇ ਮੌਜੂਦ ਆ। ਆਪਾਂ ਉਹਦੇ ਨਾਲ ਅੱਜ ਗੱਲ ਕਰਾਂਗੇ ਕਿ ਪੂਰਾ ਜਿਹੜਾ ਮਸਲਾ ਕੀ ਹੈ, ਵਾਕਈ ਇਹਦੇ ਉਸ ਔਰਤ ਨਾਲ ਸੰਬੰਧ ਸੀ ਜਾਂ ਨਹੀਂ। ਤੁਹਾਨੂੰ ਗਰਾਊਂਡ ਲੈਵਲ ਤੋਂ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕੀ ਸੀ ਪੂਰਾ ਮਸਲਾ। ਤਰਸੇਮ ਸਿੰਘ, ਗੁਰਤਰਸੇਮ ਸਿੰਘ, ਗੁਰੂ ਦਾ ਸ਼ਬਦ ਹੈ, ਮੂਹਰੇ ਗੁਰ ਦਾ ਤਰਸੇਮ ਹੈ। ਉਹ ਗੁਰਤਰਸੇਮ ਸਿੰਘ ਆ ਸਾਡੇ ਨਾਲ ਮੌਜੂਦ ਹੈ, ਆਪਾਂ ਉਹਦੇ ਨਾਲ ਗੱਲ ਕਰਾਂਗੇ। ਕੀ ਨਾਮ ਜੀ ਤੁਹਾਡਾ? ਗੁਰਤਰਸੇਮ ਸਿੰਘ। ਗੁਰਤਰਸੇਮ ਸਿੰਘ। ਹਾਂਜੀ। ਥੋੜਾ ਇੱਧਰ ਨੂੰ ਆ ਜਾਓ ਜੀ। ਤਰਸੇਮ ਜੀ, ਜਿਹੜੀ ਪੂਨਮ ਆ ਲੜਕੀ, ਉਹਨੂੰ ਜਾਣਦੇ ਹੋ? ਹਾਂਜੀ। ਕੀ ਸੰਬੰਧ ਨੇ ਤੁਹਾਡੇ ਉਹਦੇ ਨਾਲ? ਸਮਾਂ ਜੀ ਉਹ ਆਪਣੇ ਕੰਮ ਤੇ ਰੱਖੀ ਹੋਈ ਜੀ, ਬੇਟਾ ਹੋਇਆ ਸੀਗਾ ਤੇ ਉਹ ਮਿਸੇਜ ਠੀਕ ਨਹੀਂ ਸੀ, ਕੰਮ ਕਰਨ ਘਰ ਦੇ ਕੰਮ ਵਾਸਤੇ ਰੱਖੀ ਸੀ ਤੇ ਉਹਨੇ ਮੇਰੇ ਨਾਲ ਰਿਲੇਸ਼ਨ ਬਣਾਇਆ ਜੀ। ਹਾਂਜੀ। ਤੇ ਦੋਨਾਂ ਨੇ ਬਣਾਇਆ ਜੀ, ਉਹਨੇ ਬਣਾਇਆ ਨਾਲ। ਠੀਕ ਹੈ ਜੀ। ਤੇ 1.5 ਸਾਲ ਤੋਂ ਅਸੀਂ ਲੱਗ ਰਹੇ ਸੀਗੇ। ਜ਼ੋਰ ਜ਼ਬਰਦਸਤੀ ਕੀਤੀ ਤੁਸੀਂ? ਨਹੀਂ, ਕੋਈ ਜ਼ਬਰਦਸਤੀ ਦੀ ਸਲਾਹ ਦੇ ਨਾਲ ਦੋਵਾਂ ਦੀ ਨਾਲ। ਹਾਂਜੀ। ਅੱਛਾ, ਤੁਸੀਂ ਕੰਮ ਕੀ ਕਰਦੇ ਸੀ? ਤੁਹਾਡਾ ਕਿੱਤਾ ਕੀ ਸੀ ਉਸ ਸਮੇਂ? ਉਸ ਸਮੇਂ ਗ੍ਰੰਥੀ ਸਿੰਘ ਸੀ ਗੁਰਦੁਆਰਾ ਸਾਹਿਬ। ਹਾਂਜੀ। ਗ੍ਰੰਥੀ ਸਿੰਘ ਪਤਾ ਕਿਹਨੂੰ ਕਹਿੰਦੇ ਨੇ? ਗੁਰੂ ਘਰ ਦੇ ਸੇਵਕ ਗ੍ਰੰਥੀ ਸਿੰਘ, ਜਿਹੜਾ ਪਾਠ ਕਰਨ ਵਾਲਾ। ਗ੍ਰੰਥੀ ਸਿੰਘ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੈ ਕੁਛ? ਹਾਂਜੀ। ਕੀ ਹੁੰਦੀਆਂ ਨੇ ਜ਼ਿੰਮੇਵਾਰੀਆਂ धी ਸਮਝਾ ਭੈਨ ਸਮਝ मान ਸਮਝਣਾ ਹੈ। ਹਾਂਜੀ। ਪਰਾਈ ਇਸਤਰੀ ਦਾ ਸੰਗ ਕਰਨਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਜਾਂ ਸਿੱਖ ਧਰਮ? ਨਹੀਂ ਜੀ। ਫਿਰ ਤੁਸੀਂ ਕਿਉਂ ਕੀਤਾ? ਤੁਸੀਂ ਗੁਰੂ ਘਰ ਦੇ ਵਿੱਚ ਬੈਠੇ ਸੀ, ਵਜ਼ੀਰ ਦਾ ਕੰਮ ਕਰ ਰਹੇ ਸੀ, ਬੱਚਿਆਂ ਨੂੰ ਜਾਂ ਕਹਿ ਦਈਏ ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈਂਦੇ ਨੇ, ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਜੀਵਨ ਦੇ ਵਿੱਚ ਧਾਰਨੀ ਬਣਾਉਂਦੇ ਨੇ, ਉਹਨਾਂ ਲੋਕਾਂ ਲਈ ਤੁਸੀਂ ਇੱਕ ਰੋਲ ਮਾਡਲ ਬਣਦੇ ਹੋ ਜਿਹੜੇ ਗੁਰੂ ਘਰਾਂ ਦੇ ਵਿੱਚ ਪਾਠੀ ਨੇ। ਫਿਰ ਤੁਹਾਨੂੰ ਖੁਦ ਨੂੰ ਇਹ ਗੱਲ ਕਿਉਂ ਭੁੱਲ ਗਈ ਕਿ ਮੈਂ ਜਿਹੜੇ ਰਾਹ ਤੇ ਚੱਲ ਪਿਆ ਇਹ ਤਾਂ ਗੁਰੂ ਦਾ ਰਾਹ ਹੀ ਨਹੀਂ ਹੈਗਾ? ਦੇਖੋ ਜੀ, ਉਹਨੇ ਮੇਰੇ ਨਾਲ ਬਣਾਇਆ ਜੀ, ਮੈਨੂੰ ਕਹਿੰਦੇ ਵੀ ਮੇਰੇ ਨਾਲ ਰਿਲੇਸ਼ਨ ਬਣਾ। ਠੀਕ ਹੈ ਜੀ। ਉਹਦੇ ਕਹਿਣ ਤੇ ਬਣਾਇਆ ਜੀ। ਤੁਹਾਡੀ ਕੀ ਮੱਤ ਮਾਰੀ ਗਈ ਸੀ? ਤੁਹਾਨੂੰ ਇੰਨਾ ਪਤਾ ਨਹੀਂ ਸੀਗਾ ਕਿ ਮੇਰਾ ਤਾਂ ਇਹ ਰਾਹ ਹੀ ਨਹੀਂ ਹੈਗਾ, ਮੇਰਾ ਰਸਤਾ ਹੀ ਨਹੀਂ, ਮੇਰੇ ਤਾਂ ਗੁਰੂ ਇਹ ਗੱਲ ਕਹਿੰਦੇ ਹੀ ਨਹੀਂ? ਹਾਂਜੀ। ਤੁਹਾਨੂੰ ਪਤਾ ਨਹੀਂ ਸੀ ਇਹ ਗੱਲ ਦਾ ਵੀ ਮੇਰਾ ਤਾਂ ਗੁਰੂ ਇਹ ਗੱਲ ਨੂੰ ਅਲਾਉ ਹੀ ਨਹੀਂ ਕਰਦਾ, ਮੇਰਾ ਗੁਰੂ ਇਜਾਜ਼ਤ ਹੀ ਨਹੀਂ ਦਿੰਦਾ ਕਿ ਕਿਸੇ ਗੈਰ ਔਰਤ ਨਾਲ ਸੰਬੰਧ ਬਣਾਵਾਂ? ਹਾਂਜੀ। ਹਾਂਜੀ। ਤੇ ਫਿਰ ਉਹ ਤੁਸੀਂ ਸ਼ਰਾਬ ਵੀ ਪੀਂਦੇ ਸੀਗੇ? ਨਹੀਂ, ਸ਼ਰਾਬ ਤਾਂ ਨਹੀਂ ਪੀਂਦੇ, ਉਹਨੇ ਲਾਇਆ ਜੀ ਮੈਨੂੰ ਸ਼ਰਾਬ ਪੀਣ। ਉਹ ਆਪ ਖੁਦ ਪੀਂਦੀ ਸ਼ਰਾਬ ਤੇ ਮੈਨੂੰ ਕਹਿੰਦੇ ਵੀ ਤੂੰ ਵੀ ਪੀ।
ਹਾਂਜੀ ਕਿਸ ਕਾਰਨ ਲਈ ਕਾਸ ਤੋਂ ਕਹਿੰਦੀ ਸੀ ਤੈਨੂੰ ਪੀ? ਉਹ ਆ ਵੀ ਪੀਂਦੀ ਸੀ, ਕਹਿੰਦੇ ਵੀ ਮੈਂ ਵੀ ਪੀਂਦੀ ਆ, ਤੂੰ ਵੀ ਪੀ। ਤੇ ਦੋਵੇਂ ਜਣੇ ਪੀਏ ਜੀ। ਹਾਂਜੀ ਦੋਨੇ ਜਣੇ ਸ਼ਰਾਬ ਪੀਂਦੇ। ਹਾਂਜੀ। ਉਹ ਕੱਲ ਨੂੰ ਤੁਹਾਨੂੰ ਕੁਝ ਖਾਣ ਨੂੰ ਹੋਰ ਦੇ ਦਿੰਦੀ ਹੈ, ਫਿਰ ਉਹ ਵੀ ਖਾਓਗੇ? ਜੇਕਰ ਤੁਹਾਨੂੰ ਕਹਿ ਦਈਏ ਜ਼ਹਿਰ ਦੇ ਦੇਵੇ, ਕੋਈ ਪਾਰਾ ਦੇ ਦੇਵੇ, ਉਹ ਵੀ ਖਾ ਲਓ? ਨਹੀਂ ਜੀ। ਫਿਰ ਸ਼ਰਾਬ ਕਿਉਂ ਪੀਤੀ? ਸ਼ਰਾਬ ਉਹਦੇ ਕਹਿਣ ਤੇ ਪੀਤੀ, ਉਹ ਆਪ ਪੀਂਦੀ ਸੀ, ਮੈਨੂੰ ਕਹਿੰਦੀ ਤੂੰ ਵੀ ਪੀ ਜੀ। ਵੱਡੇ ਕਾਰਨ ਕੀ ਸੀ ਉਸ ਔਰਤ ਨਾਲ, ਗੈਰ ਔਰਤ ਨਾਲ ਸੰਬੰਧ ਬਣਾਉਣੇ, ਉਹ ਵੀ ਗੁਰਮਰਿਆਦਾ ਦੇ ਖਿਲਾਫ ਜਾ ਕੇ? ਗੁਰੂ ਦੀ ਮਰਿਆਦਾ ਦੇ ਤਾਂ ਬਿਲਕੁਲ ਖਿਲਾਫ ਗਏ ਹੋ ਨਾ। ਤੁਹਾਨੂੰ ਗੁਰੂ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਸੀ, ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਕੇ ਦੱਸਦੇ ਹੋਵੋਗੇ, ਫਿਰ ਤੁਸੀਂ ਉਹ ਤੋਂ ਖਿਲਾਫ ਕਿਵੇਂ ਚੱਲ ਪਏ? ਚਲੋ ਮੈਂ ਇਸ ਗੱਲ ਤੋਂ ਮਾਫੀ ਮੰਗਦਾ ਜੀ, ਮੈਂ ਤਾਂ ਗਲਤੀ ਹੋਈ ਆ, ਇਹ ਸਾਧ ਸੰਗਤ ਤੋਂ ਮੈਂ ਮਾਫੀ ਮੰਗਦਾ ਵੀ ਇਹ ਮੇਰਾ ਗੁਰੂ ਘਰ ਦਾ ਗਲਤੀ ਹੋਈ ਹੈ, ਇਹ ਮੈਨੂੰ ਮਾਫੀ ਚਾਹਣਾ ਜੀ। ਇੱਕ ਬਾਬਾ ਜਿੱਥੇ ਤੁਸੀਂ ਉਦੋਂ ਬਾਅਦ ਪਾਠ ਕਰਨ ਲੱਗੇ ਹੋ, ਇੱਕ ਬਾਬੇ ਦਾ ਨਾਮ ਹੈ ਸ਼ੋਕੀ ਬਾਬਾ ਹੈ। ਸ਼ੋਕੀ ਬਾਬੇ ਦੇ ਕਹਿਣ ਤੇ ਕਿਸੇ ਗੁਰੂ ਘਰ ਦੇ ਵਿੱਚ ਡਿਊਟੀ ਕੀਤੀ ਹੈ ਤੁਸੀਂ? 10 ਦਿਨ ਕੀਤੀ ਜੀ, 10-15 ਦਿਨ ਡਿਊਟੀ ਉੱਥੇ ਬਾਬਾ ਵਡਭਾਗ ਸਿੰਘ ਦੇ। ਬਾਬਾ ਵਡਭਾਗ ਸਿੰਘ ਦੇ। ਉਹ ਕਦੋਂ ਕੀਤੀ ਹੈ, ਦੱਸ ਸਕਦੇ ਹੋ ਸਾਨੂੰ? ਜਦੋਂ ਉਹਨੇ ਮੇਰੇ ਤੇ ਪਰਚਾ ਕਰਾਇਆ ਉਹ ਪਹਿਲਾਂ ਕੀਤੀ ਹੈ ਜੀ। ਕੋਈ ਤਰੀਕ? ਨਹੀਂ ਜੀ, ਕੋਈ ਯਾਦ ਨਹੀਂ ਤਰੀਕ। ਮੰਨ ਕੇ ਚਲੋ ਮਹੀਨਿਆਂ ਦੇ ਅਕੋਰਡਿੰਗ ਜੇ ਅਸੀਂ ਗੱਲ ਕਰ ਲਈਏ, ਕਿੰਨੇ ਮਹੀਨੇ ਪੁਰਾਣੀ? 6 ਅਪ੍ਰੈਲ 6 ਅਪ੍ਰੈਲ 2021 ਦੀ ਗੱਲ ਹੈ। ਹਾਂਜੀ ਹਾਂਜੀ 2021 ਦੀ। ਉੱਥੇ ਤੁਸੀਂ ਕਿੰਨੇ ਦਿਨ ਡਿਊਟੀ ਕੀਤੀ ਹੈ? 10 ਦਿਨ ਡਿਊਟੀ ਕੀਤੀ? 10 ਦਿਨ ਡਿਊਟੀ ਕੀਤੀ ਹੈ 6 ਅਪ੍ਰੈਲ 2021, ਜੇਕਰ ਅਸੀਂ ਗਲਤ ਨਾ ਹੋਈਏ। ਤੇ ਹੁਣ ਤੁਸੀਂ ਅੰਮ੍ਰਿਤਧਾਰੀ ਹੋ? ਨਹੀਂ ਜੀ, ਅਜੇ ਨਹੀਂ। ਹਾਂਜੀ। ਫਿਰ ਤੁਸੀਂ ਅੰਮ੍ਰਿਤ ਛਕਿਆ ਨਹੀਂ, ਗੁਨਾਹ ਕੀਤਾ ਹੈ, ਤੁਸੀਂ ਮਾਫੀਨਾਮਾ ਮੰਗਿਆ ਨਹੀਂ, ਤੇ ਤੁਸੀਂ ਸ਼ਰਾਬ ਪੀਤੀ ਹੈ, ਪਰਾਈ ਔਰਤ ਨਾਲ ਸੰਬੰਧ ਬਣਾਏ ਨੇ, ਫਿਰ ਦੁਬਾਰਾ ਗੁਰੂ ਘਰ ਡਿਊਟੀ ਕਿਉਂ ਕਰਨੀ ਸ਼ੁਰੂ ਕਰਤੀ? ਤੁਹਾਨੂੰ ਪਤਾ ਨਹੀਂ ਸੀਗਾ ਕਿ ਮੈਂ ਪਹਿਲਾਂ ਗੁਨੇਗਾਰ ਹਾਂ, ਮੈਂ ਫਿਰ ਕਿਉਂ ਦੁਬਾਰੇ ਗੁਨਾਹ ਕਰ ਰਿਹਾ? ਇਹ ਉਹਦੇ ਕਹਿਣ ਤੇ ਕਿਤੇ ਕਹਿੰਦੇ ਵੀ ਤੂੰ ਗੁਰੂ ਘਰ, ਤੂੰ ਫੈਕਟਰੀ ਨਾ ਜਾ, ਫੈਕਟਰੀ ਰਹਿਣ ਦੇ, ਤੂੰ ਗੁਰਦੁਆਰਾ ਸਾਹਿਬ ਜਾ ਕੇ ਡਿਊਟੀ ਕਰ। ਹਾਂਜੀ, ਉਹਨੇ ਮੈਨੂੰ ਮਜਬੂਰ ਕੀਤਾ ਤਾਂ ਕੀਤੀ ਹੈ। ਗੁਰੂ ਨੂੰ ਮਜ਼ਾਕ ਜਿਹਾ ਨਹੀਂ ਸਮਝ ਲਿਆ? ਤੁਹਾਨੂੰ ਲੱਗਦਾ ਨਹੀਂ ਵੀ ਗੁਰੂ ਘਰ ਨੂੰ ਅਸੀਂ ਮਜ਼ਾਕ ਸਮਝ ਲਿਆ, ਜਿੱਥੇ ਜੀ ਕਰਦਾ ਉੱਥੇ ਗੁਰੂ ਘਰ ਬਣਾ ਲੈਂਦੇ ਆ, ਫਿਰ ਉਹਨਾਂ ਦੀਆਂ ਬੇਅਦਬੀਆਂ ਆਉਂਦੀਆਂ ਨੇ? ਬਾਬਾ ਰਣਜੀਤ ਹੈ ਇੱਕ ਤੁਹਾਡਾ ਭਰਾ, ਜਿਹਦਾ ਮੁੰਡਾ ਹੈ ਉਸ ਕੁੜੀ ਨੂੰ ਇਨਸਾਫ ਦਿਵਾਉਣ ਲਈ ਲੱਗਿਆ ਹੋਇਆ। ਬਾਬਾ ਰਣਜੀਤ ਦਾ ਮੁੰਡਾ ਹੈ ਉਹ। ਜਿਹੜਾ ਬਾਬਾ ਰਣਜੀਤ ਆ, ਉਹਨੇ ਪਹਿਲਾਂ ਕਈ ਗੁਰੂ ਘਰਾਂ ਦੀ ਕਾਰ ਸੇਵਾ ਕੀਤੀ ਹੈ, ਹੁਣ ਵੀ ਉਹ ਖੁਦ ਦਾ ਗੁਰੂ ਘਰ ਇੱਕ ਬਣਾਈ ਬੈਠਾ ਹੈ। ਹੁਣ ਜਿਹੜਾ ਉਹ ਗੁਰੂ ਘਰ ਬਣਾਈ ਬੈਠਾ ਹੈ, ਉਹ ਕਹਿੰਦਾ ਮੈਂ ਕਿਸੇ ਤੋਂ ਕਦੇ ਕੋਈ ਪਰਮਿਸ਼ਨ ਨਹੀਂ ਲਈ ਗੁਰੂ ਘਰ ਬਣਾਉਣ ਦੀ, ਸਾਨੂੰ ਕਿਸੇ ਪਰਮਿਸ਼ਨ ਦੀ ਲੋੜ ਨਹੀਂ ਪਈ ਕਦੇ ਕਿਸੇ ਗੁਰੂ ਘਰ ਬਣਾਉਣ ਦੀ, ਅਨੇਕਾਂ ਗੁਰੂ ਘਰ ਕਹਿੰਦਾ ਮੈਂ ਬਣਾਤੇ। ਤੁਹਾਨੂੰ ਜਦੋਂ ਤੁਸੀਂ ਟਕਸਾਲ ਦੇ ਵਿੱਚ ਜਾਂ ਕਰ ਕਿਸੇ ਗੁਰਮਤਿ ਵਿਦਿਆਲੇ ਦੇ ਵਿੱਚ ਸਿੱਖਿਆ ਲੈਂਦੇ ਹੋ, ਤੁਹਾਨੂੰ ਇਹ ਚੀਜ਼ ਕੋਈ ਦੱਸਦਾ ਨਹੀਂ ਹੈ ਵੀ ਗੁਰੂ ਘਰ ਦੀ ਜਿਹੜੀ ਮਰਿਆਦਾ ਕੀ ਹੁੰਦੀ ਹੈ, ਗੁਰੂ ਦੀ ਮਰਿਆਦਾ ਕੀ ਹੈ, ਇਹਦੀਆਂ ਉਲੰਘਣਾ ਨਹੀਂ ਕਰਨੀਆਂ? ਨਹੀਂ ਦੱਸਦੇ ਜੀ, ਪਰ ਉਹ ਜਿਹੜੀ ਉਹਦੇ ਗੁਰਦੁਆਰਾ ਸਾਹਿਬ ਬਣਾਉਣ ਦੀ ਗੱਲ ਉਹਨੂੰ ਪਤਾ ਜੀ, ਆਪਾਂ ਨੇ ਕਦੇ ਬਣਾਇਆ ਨਹੀਂ ਜੀ, ਨਾ ਆਪਾਂ ਨੂੰ ਪਤਾ ਜੀ। ਅੰਮ੍ਰਿਤ ਛਕਿਆ ਤੁਸੀਂ, ਸਿੱਖਿਆ ਕਿੱਥੋਂ ਲਈ ਆ ਤੁਸੀਂ ਗੁਰੂ ਦੀ? ਅੰਮ੍ਰਿਤ ਛਕਿਆ ਜੀ, ਹਰਿਮੰਦਰ ਸਾਹਿਬ ਛਕਿਆ ਜੀ। ਹਰਿਮੰਦਰ ਸਾਹਿਬ? ਹਾਂਜੀ ਹਾਂਜੀ, ਉਹ ਛਕਿਆ ਸੀ। ਤੇ ਗੁਰੂ ਦੀ ਸਿੱਖਿਆ ਕਿੱਥੋਂ ਲਈ ਆ, ਸੰਖਿਆ ਕਿੱਥੋਂ ਲਈ ਆ ਗੁਰੂ ਗ੍ਰੰਥ ਸਾਹਿਬ ਦੀ? ਉਹ ਸਾਡੇ ਚਾਚਾ ਜੀ ਉਹਨਾਂ ਕੋਲ ਲਈ ਸੀਗੀ ਜੀ। ਉਹਨਾਂ ਤੋਂ ਲਈ? ਹਾਂਜੀ। ਉਹਨਾਂ ਨੇ ਕਦੇ ਤੁਹਾਨੂੰ ਇਹ ਜਿਹੜੀਆਂ ਚੀਜ਼ਾਂ ਮੈਂ ਪਹਿਲਾਂ ਸਵਾਲ ਤੁਹਾਨੂੰ ਕਰਕੇ ਹਟਿਆ, ਉਹਨਾਂ ਨੇ ਤੁਹਾਨੂੰ ਉਹ ਸਵਾਲ ਕਦੇ, ਜਾਂ ਤੁਹਾਨੂੰ ਉਹਨਾਂ ਨੇ ਉਹ ਗੱਲਾਂ ਦੱਸੀਆਂ ਨਹੀਂ ਵੀ ਇਹ ਜਿਹੜੀਆਂ ਗੁਰਮਰਿਆਦਾ ਦੇ ਖਿਲਾਫ ਨੇ, ਇਹ ਚੀਜ਼ਾਂ ਦੱਸੀਆਂ ਨਹੀਂ? ਦੱਸੀਆਂ ਜੀ, ਉਹਨਾਂ ਨੇ ਦੱਸੀਆਂ ਸੀ ਸਾਨੂੰ ਸਾਰੀਆਂ। ਕੀ ਗੱਲ ਤੁਸੀਂ ਉਹਦੇ ਤੇ ਪਹਿਰਾ ਕਿਉਂ ਨਹੀਂ ਦਿੱਤਾ? ਪਹਿਰਾ ਇਹਦੇ ਫਿਰ ਇਹਨੇ ਮਜਬੂਰ ਕੀਤਾ ਜੀ। ਮਜਬੂਰ ਉਹਨੇ ਤੁਹਾਨੂੰ ਕੋਈ, ਤੁਸੀਂ ਇਹੋ ਜਿਹਾ ਗੁਨਾਹ ਕਰ ਦਿੱਤਾ ਸੀ ਜਿਹਦੇ ਅਸਾਰੇ ਉਹ ਤੁਹਾਨੂੰ ਬਲੈਕਮੇਲ ਕਰ ਰਹੀ ਸੀ, ਜਾਂ ਕੀ ਕੀਤਾ ਸੀ ਜਿਹੜਾ ਉਹਨੇ ਤੁਹਾਨੂੰ ਮਜਬੂਰ ਕਰਤਾ? ਬਲਾਕ ਮੇਰੇ ਹਰਵਿੰਦਰ ਜਿਹੜਾ ਪ੍ਰੈਸ਼ਰ ਪੁੱਟਰ, ਉਹਦੇ ਕਹਿਣ ਤੇ ਕਰ ਰਹੀ ਹੈ ਜੀ। ਨਹੀਂ ਪਹਿਲਾਂ ਜਦੋਂ ਸੰਬੰਧ ਬਣਾਏ ਨੇ ਉਦੋਂ ਤੁਸੀਂ ਮਜਬੂਰ ਕਿਵੇਂ ਕਹਿ ਸਕਦੇ ਹੋ ਉਹਨੇ ਮਜਬੂਰ ਕਰਕੇ ਮੈਨੂੰ ਸੰਬੰਧ ਬਣਾਏ? ਮੈਨੂੰ ਕਹਿੰਦੇ ਵੀ ਹਾਂ ਵੀ ਮੈਂ ਤੇਰੇ ਕੰਮ ਕਰਦੀ ਹਾਂ, ਵੀ ਤੂੰ ਮੇਰੇ ਨਾਲ ਰਿਲੇਸ਼ਨ ਬਣਾ, ਮੈਂ ਤੇਰੇ ਨਾਲ ਰਹਿਣਾ, ਤੂੰ ਮੈਨੂੰ ਰੱਖ। ਹਾਂਜੀ। ਤੇ ਹੁਣ ਉਹਨੂੰ, ਕੁੜੀ ਨੂੰ ਇਨਸਾਫ ਤੁਸੀਂ ਕਿਵੇਂ ਦੇਖਦੇ ਹੋ? ਕਿਵੇਂ ਉਹਨੂੰ ਇਨਸਾਫ ਮਿਲੂਗਾ? ਤੁਸੀਂ ਸਾਡੇ ਨਾਲ ਫੋਨ ਤੇ ਗੱਲ ਕੀਤੀ ਆ, ਸਾਨੂੰ ਦੱਸਿਆ, ਤੁਸੀਂ ਸਾਨੂੰ ਕਿਹਾ ਕਿ ਉਹ ਮੇਰੇ ਘਰ ਵਾਲੀ ਹੈ। ਯਾਦ ਹੋਵੇ ਜੇ ਤੁਹਾਡੇ, ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਕਿਹਾ ਉਹ ਮੇਰੇ ਘਰ ਵਾਲੀ ਆ, ਮੈਂ ਰੱਖਣਾ ਚਾਹੁੰਦਾ, ਪਰ ਉਹ ਹਰਮਿੰਦਰ ਨਾਲ ਰਹਿ ਰਹੀ ਹੈ। ਤੇ ਫਿਰ ਇੱਕ ਤੁਹਾਡੇ ਘਰ ਵਾਲੀ ਇਹ ਵੀ ਬੈਠੀ ਹੈ ਇਸ ਘਰ ਦੇ ਵਿੱਚ, ਇਹ ਜਿਹੜੀ ਘਰ ਵਾਲੀ ਹੈ ਕਹਿੰਦੀ ਵੀ ਮੈਂ ਉਸ ਨੂੰ ਨਹੀਂ ਰਹਿਣ ਦੇਣਾ। ਤੇ ਹੁਣ ਤੁਸੀਂ ਦੱਸੋ ਵੀ ਤੁਸੀਂ ਇਹਨੂੰ ਰੱਖੋਗੇ, ਕੌਣ ਰੱਖੋਗੇ? ਦੇਖੋ ਮੈਂ ਤਾਂ ਇਹਨੂੰ ਰੱਖਾਂਗਾ ਜੀ, ਕਿਉਂਕਿ ਉਹ ਹਾਂਜੀ ਉਹ ਤਾਂ ਹਰਵਿੰਦਰ ਨਾਲ ਰਹਿ ਰਹੀ ਹੈ। ਹਰਮਿੰਦਰ ਨਾਲ ਰਹਿ? ਹਾਂਜੀ ਹਾਂਜੀ, ਕਿਉਂਕਿ ਉਹਦੇ ਅਸੀਂ 2-3 ਵਾਰੀ ਮੈਂ ਉਹਨੂੰ ਫੜਿਆ ਵੀ ਹੈ ਜੀ। ਮੈਂ ਜਦੋਂ ਮੈਂ ਕੰਮ ਤੇ ਚੱਲ ਜਾਂਦਾ ਸੀ, ਮਗਰ ਆ ਕੇ ਮੇਰੇ ਕਮਰੇ 'ਚ ਬਹਿ ਜਾਂਦਾ ਸੀ,
ਕਦੀ ਉਹ ਤੇਲ ਬਣਾਉਂਦਾ ਹੈ, ਕਦੀ ਰੋਟੀਆਂ ਪਕਾ ਖਾਂਦਾ ਹੈ, ਕਦੀ ਕੁਛ ਕਰਦਾ, ਕਦੀ ਕੁਛ ਕਰਦਾ। 2-3 ਵਾਰੀ ਆਪ ਦੇਖਿਆ ਇਹਨਾਂ ਨੂੰ ਮੈਂ। ਨਹੀਂ ਉਹਦੀ ਤਾਂ ਚਾਚੀ ਆ ਨਾ, ਉਹਦੀ ਤਾਂ ਮਾਂ, ਉਹ ਮਾਂ ਨਾ ਕਦੇ ਕਿਵੇਂ ਬੱਚਾ ਗਲਤ ਹੋ ਸਕਦਾ? ਕਹਿੰਦਾ ਚਾਚੀ ਹੈ ਜੀ, ਵੀ ਚਾਚੀ ਲੱਗਦੀ ਮੇਰੀ, ਮੈਂ ਪਰ ਰਿਲੇਸ਼ਨ ਨਾਲ ਤਾਂ ਗਲਤ ਨੇ ਜੀ। ਹਾਂ, ਮੈਂ ਆਪ ਖੁਦ 2 ਵਾਰੀ ਦੇਖਿਆ ਜੀ। ਪਹਿਲਾਂ ਇਸ ਤੋਂ ਪਹਿਲਾਂ ਇਹ ਆਪਣੀ ਮਾਮੀ ਨਾਲ ਗਲਤ ਸੀ ਜੀ, ਉਹ ਵੀ ਇਹਨਾਂ ਦਾ ਕਾਫੀ ਰੌਲਾ ਪਿਆ ਜੀ। ਉਹ ਮੁੰਡਾ ਆਪਣੀ ਸਗੀ ਮਾਮੀ ਉਹਦੇ ਨਾਲ ਵੀ ਗਲਤ ਸੀਗਾ ਜੀ। ਉਹ ਮਾਮੀ ਉਹਦੀ ਅੱਜ ਕੱਲ ਬਸਦੀ ਹੈ ਉਹਦੇ ਮਾਮੇ ਦੇ ਘਰ ਕਿ ਨਹੀਂ? ਵੱਸਦੀ ਹੈ ਜੀ। ਹਾਂਜੀ ਵੱਸਦੀ। ਉਹ ਜਿੱਥੇ ਇਹਨਾਂ ਦਾ ਘਰ ਹੈ ਉਹਦੇ ਨਾਲ ਹੀ ਆ, ਗੁਰੂ ਨਾਨਕ ਮਹੱਲੇ ਦੇ ਉਸੇ ਮਹੱਲੇ ਦੇ ਵਿੱਚ ਹੀ ਹੈ। ਹਾਂਜੀ, ਉੱਥੇ ਰਹਿ ਰਹੇ ਨੇ ਜੀ ਉਹ ਮੁੰਡਾ। ਕੀ ਗੱਲ ਹੈ, ਉਹ ਵੀ ਦੇਖਣ ਨੂੰ ਪਹਿਰਾਵੇ ਤੋਂ ਸਿੱਖ ਹੈ, ਤੁਸੀਂ ਵੀ ਉਹ 'ਤੇ ਇਲਜ਼ਾਮ ਲਾ ਰਹੇ ਹੋ ਮਾਮੀ ਨਾਲ, ਉਹ ਆਪਣੀ ਮਾਂ ਸਮਾਨ ਜਿਹਨੂੰ ਉਹ ਚਾਚੀ ਕਹਿੰਦਾ ਹੈ, ਭੈਣ ਕਹਿੰਦਾ, ਕਦੇ ਤੁਸੀਂ ਕਹਿੰਦੇ ਉਹਦੇ ਨਾਲ ਵੀ ਉਹ ਗਲਤ ਹੈ। ਕਿਤੇ ਇਹ ਤਾਂ ਨਹੀਂ ਕਿ ਸਿੱਖ ਦੇ ਭੇਸ ਦੇ ਵਿੱਚ ਜਿਹੜਾ ਕਹਿ ਦਈਏ ਕਿ ਦੋਗਲੇ ਬੰਦੇ ਫਿਰਦੇ ਹੋਣ, ਜਿਹੜੇ ਸਿੱਖ ਕੌਮ ਨੂੰ ਬਦਨਾਮ ਕਰਦੇ ਫਿਰਦੇ ਹੋਣ, ਸ਼ੇਰ ਦੀ ਖੱਲ 'ਚ ਭੇੜੀਏ ਤਾਂ ਨਹੀਂ ਤੁਰੇ ਫਿਰਦੇ ਤੁਸੀਂ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ। ਜੋ ਸੱਚ ਹੈ ਉਹ ਮੈਂ ਦੱਸਿਆ ਜੀ। ਹਾਂਜੀ। ਨਹੀਂ ਤੁਸੀਂ ਅਸਲ ਵਿੱਚ ਸਿੱਖ ਹੋ? ਹਾਂਜੀ ਹਾਂਜੀ। ਤੁਹਾਡਾ ਜਿਹੜਾ ਪਦਾਇਸ਼ ਹੋਈ ਹੈ ਹਾਂਜੀ ਸਿੱਖ ਹੈ। ਦੇ ਵਿੱਚ ਸਿੱਖ ਪਰਿਵਾਰ 'ਚ ਹੀ ਪੈਦਾ ਹੋਇਆ? ਹਾਂਜੀ ਸਿੱਖ 'ਚ ਜੀ। ਸਿੱਖ ਕੌਮ ਨੂੰ ਦਾਗ ਕਿਉਂ ਲਾ ਰਹੇ ਹੋ? ਤੇ ਮੈਂ ਗਲਤੀ ਮੰਨਦਾ, ਮਾਫੀ ਮੰਗਦਾ ਜੀ ਵੀ ਇਹ ਮੇਰੇ ਤੋਂ ਗਲਤੀ ਹੋਈ ਹੈ, ਪਰ ਉਹਦੇ ਕਹਿਣ ਤੇ ਹੋਈ ਹੈ ਜੀ। ਹਾਂ, ਪੂਨਮ ਦੇ ਕਹਿਣ ਤੇ। ਫਿਰ ਪੂਨਮ ਨੂੰ ਹੁਣ ਕੀ ਤੁਸੀਂ ਇਨਸਾਫ ਦਿਓਗੇ? ਕਿਉਂਕਿ ਪੂਨਮ ਕਹਿੰਦੀ ਹੈ ਮੈਂ ਰਹਿਣਾ ਤੁਹਾਡੇ, ਤੁਸੀਂ ਰੱਖੋਗੇ ਉਹਨੂੰ? ਨਹੀਂ ਜੀ। ਨਹੀਂ ਰੱਖਦੇ? ਨਹੀਂ ਜੀ। ਕਿਉਂ ਨਹੀਂ ਰੱਖਦੇ? ਰਾਦੇ ਹੁਣ ਉਹਦੇ ਨਾਲ ਆ ਜੀ, ਹਰਵਿੰਦਰ ਨਾਲ। ਹੁਣ ਤੁਸੀਂ ਸਿਆਣੇ ਹੋ ਵੀ 2 ਜਣੇ, ਇੱਕ ਜਣੇ ਦੇ 2 ਪਤੀ ਕਿਵੇਂ ਰਹਿ ਸਕਦੇ ਆ ਜੀ? ਇੱਕ ਪਤੀ ਦੇ 2 ਪਤਨੀਆਂ ਵੀ ਨਹੀਂ ਨਾ ਰਹਿ ਸਕਦੀਆਂ। ਹਾਂਜੀ। ਤੁਸੀਂ ਕਿਹਾ ਇੱਕ ਜਨਾਨੀ ਦੇ 2 ਪਤੀ ਨਹੀਂ ਰਹਿ ਸਕਦੇ, ਫਿਰ ਇੱਕ ਪਤੀ ਦੇ 2 ਪਤਨੀਆਂ ਰਹਿ ਸਕਦੀਆਂ ਨੇ? ਨਹੀਂ ਜੀ। ਫਿਰ ਹੁਣ ਤੁਹਾਨੂੰ ਕੀ ਇਤਰਾਜ਼ ਹੋ ਗਿਆ ਜੇ ਉਹ ਪੂਨਮ ਆ ਜਿਹੜੀ, ਜੇਕਰ ਅਸੀਂ ਨਹੀਂ ਕਹਿੰਦੇ ਵੀ ਉਹਦੇ ਸਬੰਧ ਨੇ ਉਹਦੇ ਨਾਲ, ਜੇਕਰ ਉਹਦੇ ਨਾਲ ਉਹਦੇ ਸਬੰਧ ਵੀ ਨੇ, ਤੁਸੀਂ 2 ਔਰਤਾਂ ਨਾਲ ਸਬੰਧ ਬਣਾਏ ਹੋਏ ਸੀ ਤੇ ਉਹਨੇ ਆਪਣੀ ਮਰਜ਼ੀ ਨਾਲ ਉਹਦੇ ਨਾਲ ਸਬੰਧ ਬਣਾਏ ਨੇ, ਹੁਣ ਤੁਹਾਨੂੰ ਕੀ ਇਤਰਾਜ਼ ਹੋ ਗਿਆ? ਇਤਰਾਜ਼ ਨਹੀਂ, ਉਹ ਮੈਨੂੰ ਕਹਿੰਦੇ ਵੀ ਮੇਰਾ ਕੋਈ ਨਹੀਂ ਆ, ਵੀ ਕੋਈ ਗੱਲ ਨਹੀਂ ਹੈ, ਵੀ ਤੂੰ ਮੈਂ ਤੇਰੇ ਨਾਲ ਰਹਿਣ ਨੂੰ ਤਿਆਰ ਹਾਂ। ਠੀਕ, ਮੈਨੂੰ ਪਤਾ ਵੀ ਤੇਰਾ ਵਿਆਹ ਹੋਇਆ, ਤੇਰਾ ਬੱਚਾ ਵੀ ਹੋਣ ਵਾਲਾ, ਤੇਰਾ ਪਰਿਵਾਰ ਆ, ਤੂੰ ਉਹਨੂੰ ਵੀ ਰੱਖ, ਮੈਨੂੰ ਵੀ ਰੱਖ। ਬੇਟੀ ਹੋਈ ਸੀ ਉਹਦੇ, ਤੁਹਾਡੀ ਬੇਟੀ ਹੋਈ ਸੀ। ਹਾਂਜੀ ਹਾਂਜੀ। ਉਹਦੀ ਡੈਥ ਹੋ ਗਈ ਆ ਬੇਟੀ ਦੀ, ਇਸ ਦੁਨੀਆ 'ਚ ਨਹੀਂ। ਉਹ ਜਿਹੜੀ ਬੱਚੀ ਹੋਈ ਸੀ ਉਹਦੀ ਡੈਥ ਕਿਸ ਤਰੀਕੇ ਨਾਲ ਹੋਈ? ਉਹਦੀ ਡੈਥ ਜੀ, ਉਹ ਦੁੱਧ ਨਹੀਂ ਪਿਲਾਇਆ ਜਿਨ੍ਹਾਂ ਨੇ। ਇਹਨਾਂ ਨੇ ਨਹੀਂ ਪਿਆ? ਹਾਂ। ਉਹ ਕਹਿੰਦੀ ਤਰਸੇਮ ਦੇ ਹੱਥਾਂ 'ਚ ਸੀ। ਨਹੀਂ ਜੀ, ਨਹੀਂ, ਅਸੀਂ ਦੋਵੇਂ ਸੀਗੇ, ਨਾਲ ਹੋਰ ਵੀ ਕਿਰਾਏਦਾਰ ਸੀ ਸਾਡੇ, ਅਸੀਂ ਦੋਵੇਂ ਨਹੀਂ ਸੀ, ਸਾਰੇ ਨਾਲ ਕਿਰਾਏਦਾਰ ਸੀ। ਇਹਨਾਂ ਦੇ ਜੋ ਨਰਸ ਘੋਲ ਦੇਗੀ ਬਣਾ ਕੇ, ਉਹੀ ਪਿਲਾਉਂਦੇ ਰਹੇ ਜੀ, ਦਿਨ ਤੋਂ ਲੈ ਕੇ ਸਵੇਰੇ ਤੜਕੇ 4 ਵਜੇ ਤੱਕ। ਇੱਕ ਸੱਚੀ ਗੱਲ ਇਹ ਦੱਸਿਓ ਹਾਂਜੀ ਕਿ ਜਿਹੜਾ ਪਹਿਲੇ ਨੰਬਰ ਤੇ ਤਾਂ ਤੁਹਾਨੂੰ ਮੈਂ ਸੱਚੀ ਗੱਲ ਦੀ ਆਸ ਨਹੀਂ ਕਰ ਸਕਦਾ, ਕਿਉਂਕਿ ਜਿਹੜਾ ਬੰਦਾ ਚਾਲੀ ਗਲਤ ਰਾਹ ਤੇ ਪੈ ਗਿਆ, ਗੁਰੂ ਦੇ ਸਿੰਘ ਹੋ ਕੇ ਤੁਸੀਂ ਗੈਰ ਔਰਤ ਨਾਲ ਸੰਬੰਧ ਬਣਾ ਲਏ, ਸ਼ਰਾਬ ਪੀਣੀ ਸ਼ੁਰੂ ਕਰਤੀ, ਤੇ ਮੈਂ ਹੁਣ ਤੁਹਾਡੇ ਤੋਂ ਸੱਚ ਦੀ ਆਸ ਨਹੀਂ ਕਰ ਸਕਦਾ। ਤੁਹਾਡਾ ਇੱਕ ਭਾਈ ਰਣਜੀਤ ਬਣਿਆ ਸੀ, ਫਿਰ ਵੀ ਮੈਂ ਤੁਹਾਨੂੰ ਕਹਿੰਦਾ ਕਿ ਸੱਚ ਦੱਸਿਓ। ਤੁਹਾਡਾ ਜਿਹੜਾ ਮੂੰਹ ਬੋਲਿਆ ਭਾਈ ਸੀਗਾ ਰਣਜੀਤ, ਜਿਹਦੇ ਬਾਬੇ ਦੇ ਘਰੇ ਤੁਸੀਂ ਰਹਿੰਦੇ ਸੀ, ਕਿ ਉਸ ਬਾਬੇ ਨੂੰ ਇਹ ਗੱਲ ਦਾ ਪਤਾ ਨਹੀਂ ਸੀ, ਉਸ ਬਾਬੇ ਨੂੰ ਇਸ ਗੱਲ ਦਾ ਇਲਮ ਹੈ ਨਹੀਂ ਸੀ ਕਿ ਉਹ ਤੁਸੀਂ ਉਸ ਦੂਜੀ ਔਰਤ ਰੱਖੀ ਹੋਈ ਹੈ? ਪਤਾ ਸੀ, ਸਾਰਾ ਪਤਾ ਜੀ। ਹਾਂ, ਉਹਨੂੰ ਪਤਾ, ਬੇਟੇ ਨੂੰ ਪਤਾ, ਘਰ ਦੇ ਨੂੰ ਪਤਾ, ਸਾਰਿਆਂ ਨੂੰ ਪਤਾ ਹੈ। ਉਹ ਤਾਂ ਕਹਿੰਦਾ ਸਾਨੂੰ ਪਤਾ ਹੀ ਨਹੀਂ ਸੀ। ਨਹੀਂ ਪਤਾ ਜੀ, ਉਹ ਤਾਂ ਕਿਉਂ ਨਹੀਂ, ਉਹਦੇ ਖੁਦ ਤੇ ਘਰ ਰਹਿੰਦੇ ਹੈ ਜੀ, 1.5 ਸਾਲ ਘਰੇ ਰਹੇ, ਉਹਨੂੰ ਕਿਵੇਂ ਨਹੀਂ ਪਤਾ ਨਹੀਂ ਹੈਗਾ ਜੀ। ਉਹਨੂੰ ਪਤਾ ਸੀਗਾ ਜੀ ਵੀ ਇਹ ਬਾਹਰ ਜਣੇ ਰੱਖ ਕੇ ਰਹਿ ਰਿਹਾ। ਹਾਂਜੀ। ਉਹਦੀ ਸ਼ਹਿ ਤੇ ਹੋਇਆ ਜੋ ਕੁਝ ਹੋਇਆ? ਹਾਂਜੀ, ਉਹਦੀ ਸ਼ਹਿ ਤੇ ਹੋਇਆ ਜੋ ਕੁਝ ਹੋਇਆ? ਨਹੀਂ, ਉਹਦੀ ਸ਼ਾਇਦ ਕਹਿੰਦਾ ਵੀ ਹੁਣ ਅਸੀਂ ਦੋਵੇਂ ਆਪਣੀ ਮਰਜ਼ੀ ਨਾਲ ਰਹਿੰਦੇ ਸੀਗੇ ਜੀ। ਤੁਸੀਂ ਕਿਹਾ ਮੈਂ ਉਹਨੂੰ ਹੁਣ ਰੱਖਣਾ ਨਹੀਂ ਚਾਹੁੰਦਾ ਕਿਉਂਕਿ ਉਹ ਹਰਵਿੰਦਰ ਨਾਲ ਰਹਿ ਰਹੀ ਹੈ, ਪਰ ਉਹਦੇ ਗੁਨਾਹ ਜਿਹੜਾ ਤੁਸੀਂ ਉਹ ਇਲਜ਼ਾਮ ਆ ਉਹ ਸਾਬਤ ਨਹੀਂ ਹੋਇਆ। ਹਰਵਿੰਦਰ ਵੀ ਕਹਿੰਦਾ ਤੇ ਉਹ ਪੂਨਮ ਵੀ ਕਹਿੰਦੀ ਆ ਸਾਡਾ ਦੋਨਾਂ ਦਾ ਮੈਡੀਕਲ ਕਰਵਾ ਲਓ, ਜੇ ਅਸੀਂ ਗੁਨੇਗਾਰ ਪਾਏ ਜਾਂਦੇ ਆ ਤਾਂ ਜੋ ਬਣਦੀ ਸਜ਼ਾ ਸਾਨੂੰ ਦੇ ਦਿਓ। ਪਰ ਤੁਹਾਡੇ ਨਾਲ ਤੁਸੀਂ ਵੀ ਮੰਨ ਰਹੇ ਹੋ, ਪੂਨਮ ਵੀ ਮੰਨ ਰਹੀ ਹੈ ਕਿ ਸਾਡੇ ਦੋਨਾਂ ਦੇ ਆਪਸ ਦੇ ਵਿੱਚ ਸੰਬੰਧ ਸੀਗੇ। ਤੇ ਹੁਣ ਤੁਸੀਂ ਜਿੱਦਾਂ ਆਪਾਂ ਕੱਪੜੇ ਮੈਲੇ ਹੋ ਜਾਂਦੇ ਆ, ਕੱਪੜੇ ਮੈਲੇ ਹੋ ਗਏ, ਉਹਦੇ ਤੇ ਤੁਸੀਂ ਦਾਗ ਲਾਤਾ। ਪਹਿਲਾਂ ਤੁਸੀਂ ਉਹ ਕੱਪੜੇ ਹੰਢਾਏ ਤੇ ਹੁਣ ਤੁਸੀਂ ਕਹਿ ਰਹੇ ਹੋ ਉਹ ਕੱਪੜਿਆਂ ਨੂੰ ਕੋਈ ਹੋਰ ਹੰਢਾ ਰਿਹਾ, ਉਹਦੇ ਤੇ ਦਾਗ ਲੱਗ ਗਿਆ ਤੇ ਤੁਸੀਂ ਉਹ ਦਾਗੀ ਕੱਪੜਿਆਂ ਨੂੰ ਪਹਿਨਣਾ ਨਹੀਂ ਪਸੰਦ ਕਰਦੇ। ਤੇ ਤੁਹਾਡੀ ਪਤਨੀ ਵੀ ਤੁਹਾਨੂੰ ਦਾਗ ਲੱਗੇ ਹੋਏ ਨੂੰ ਦੁਬਾਰਾ ਐਕਸੈਪਟ ਕਰ ਰਹੀ ਹੈਗੀ। ਫਿਰ ਪੂਨਮ ਹੁਣ ਜਾਏ ਤਾਂ ਕਿੱਧਰ ਨੂੰ ਜੀ? ਮੈਂ ਤਾਂ ਕਹਿੰਦਾ ਵੀ ਮੈਂ ਰੱਖਣ ਨੂੰ, ਮੈਂ ਕਿਹਾ ਸੀ ਵੀ ਮੈਂ ਰੱਖਣ ਨੂੰ, ਠੀਕ ਹੈ। ਹੁਣ ਜਦੋਂ ਉਹਨੂੰ ਕਿੰਨੇ ਨਾਲ ਮੋੜਾਂਗਾ ਜੀ, ਮੈਂ ਕਿੰਨੇ ਬੰਦੇ ਨਾਲ ਮੋੜਾਂਗਾ? ਹੁਣ ਪਹਿਲਾਂ ਕਹਿੰਦੇ ਵੀ ਮੈਂ
ਤੇਰੇ ਨਾਲ ਰਹਿਣੀ ਆ, ਹੁਣ ਕਹਿੰਦੀ ਹਰਵਿੰਦਰ ਨਾਲ, ਠੀਕ ਹੈ ਜੀ। ਹੁਣ ਇਸ ਟਾਈਮ ਵੀ ਉਹਦਾ ਖਰਚਾ ਪਾਣੀ ਜੋ ਵੀ ਆ ਉਹ ਦੇ ਰਿਹਾ। ਕਮਰਾ ਵੀ ਉਹਨੇ ਲਿਖ ਦਿੱਤਾ, ਉਹਨੂੰ ਪਤਾ ਕਿੱਥੇ ਰਹਿੰਦੀ ਹੈ, ਮੈਨੂੰ ਇੰਨਾ ਵੀ ਪਤਾ ਨਹੀਂ ਵੀ ਕਿੱਥੇ ਰਹਿੰਦੀ ਹੈ, ਕੀ ਗੱਲਬਾਤ ਹੈ, ਕਿਵੇਂ। ਮੈਂ ਇੱਕ ਦੋ ਵਾਰੀ ਗੱਲ ਵੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਹੈਗਾ, ਵੀ ਮੈਂ ਕਰਾਉਂਦਾ ਨਹੀਂ ਗੱਲ। ਦੇਖੋ ਇਹ ਜਿਹੜਾ ਤੁਹਾਡਾ ਮਸਲਾ ਇਹ ਕਾਨੂੰਨੀ ਮਸਲਾ ਹੈ, ਕਾਨੂੰਨ ਦੇ ਅਧੀਨ ਹੈ, ਪਰ ਮੈਂ ਤੁਹਾਨੂੰ ਗੁਰੂ ਦੇ ਸਿੰਘ ਦੇ ਤੌਰ ਤੇ ਇੱਕ ਗੱਲ ਇਹ ਕਹਿਣੀ ਚਾਹੁੰਦਾ ਹਾਂ ਕਿ ਤੁਸੀਂ ਗੁਰੂ ਦੇ ਨਾਂ ਨੂੰ ਦਾਗ ਲਾਇਆ, ਗੁਰੂ ਘਰ ਦੇ ਵਿੱਚ ਬਹਿ ਕੇ ਸ਼ਰਾਬ ਪੀਤੀ ਹੈ, ਗੁਰੂ ਘਰ ਜਾਂਦੇ ਰਹੇ ਹੋ ਸ਼ਰਾਬ ਪੀਣ ਤੋਂ ਬਾਅਦ, ਤੇ ਇੱਕ ਔਰਤ ਨਾਲ ਸੰਬੰਧ ਬਣਾਇਆ, ਉਹਦੇ ਲਈ ਤੁਸੀਂ ਆਪਦੇ ਆਪ ਨੂੰ ਜਿਹੜਾ ਦੋਖੀ ਸਮਝਦੇ ਹੋ, ਗੁਰੂ ਦਾ ਦੋਖੀ ਸਮਝਦੇ ਹੋ, ਤੇ ਕੀ ਤੁਹਾਨੂੰ ਲੱਗਦਾ ਵੀ ਤੁਹਾਨੂੰ ਬਣਦੀ ਸਜ਼ਾ ਗੁਰੂ ਵੱਲੋਂ ਦੇਣੀ ਚਾਹੀਦੀ ਹੈ? ਹਾਂਜੀ, ਮੈਂ ਮਾਫੀ ਮੰਗਦਾ ਜੀ, ਮੈਂ ਗਲਤੀ ਮੰਨਦਾ ਜੀ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ। ਮੈਂ ਸਾਧ ਸੰਗਤ ਤੋਂ ਇਹੀ ਮਾਫੀ ਮੰਗਦਾ, ਮੈਨੂੰ ਮਾਫੀ ਦਿੱਤੀ ਜਾਵੇ ਵੀ ਇਹੋ ਜਿਹਾ ਗਾਂ ਤੋਂ ਕੋਈ ਵੀ ਨਹੀਂ, ਅੱਗੇ ਤੋਂ ਗਲਤੀ ਨਹੀਂ ਕੋਈ ਹੋ ਗਈ ਇਹ ਜੀ। ਜੇਕਰ ਪੂਨਮ ਆਉਂਦੀ ਹੈ ਤੁਹਾਡੇ ਘਰ ਤੇ ਤਾਂ ਰੱਖ ਸਕਦੇ ਹੋ ਉਹਨੂੰ, ਜੇ ਉਹ ਹਰਮਿੰਦਰ ਨਾਲ ਨਹੀਂ ਰਹਿੰਦੀ? ਉਹਨਾਂ ਦਾ ਮੈਡੀਕਲ ਕਰਵਾਓ, ਦੋਵਾਂ ਦਾ ਪਹਿਲਾਂ, ਦੋਨਾਂ ਦਾ ਮੈਡੀਕਲ ਕਰਵਾਓ ਉਹਨਾਂ ਦਾ ਪਹਿਲਾਂ। ਉਹਨਾਂ ਦਾ ਮੈਡੀਕਲ ਹੋ ਗਿਆ, ਮੰਨ ਲਓ ਮੈਡੀਕਲ ਹੋ ਗਿਆ, ਮੈਡੀਕਲ 'ਚੋਂ ਸਾਬਤ ਨਹੀਂ ਹੁੰਦੇ ਕਿ ਉਹਨਾਂ ਦੇ ਦੋਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਹੈ ਨਹੀਂ, ਮੈਡੀਕਲ 'ਚੋਂ ਸਾਬਤ ਹੋ ਗਿਆ ਵੀ ਉਹਨਾਂ ਦੇ ਕੋਈ ਰਿਲੇਸ਼ਨ ਨਹੀਂ ਹੈਗੇ, ਤੇ ਉਸ ਤੋਂ ਬਾਅਦ ਫਿਰ ਰੱਖੋਗੇ ਉਹਨਾਂ ਨੂੰ? ਫਿਰ ਦੇਖਾਂਗੇ, ਫਿਰ ਮੈਡੀਕਲ ਹੋਣ ਤੋਂ ਬਾਅਦ ਦੇਖਾਂਗੇ ਕੀ ਕਰਨਾ ਜੀ। ਪਹਿਲਾਂ ਉਹਨਾਂ ਦੋਵਾਂ ਦਾ ਮੈਡੀਕਲ ਕਰਵਾਇਆ ਜਾਵੇ ਕਿ ਘਰੋਂ ਮੈਂ ਕਿਉਂ ਪਹਿਲਾਂ ਮੇਰਾ ਬੇਟਾ ਛੋਟਾ ਸੀ, CMC ਦੇ ਵਿੱਚ ਦਾਖਲ ਸੀ। ਤੁਸੀਂ ਸਿਆਣੇ ਹੋ CMC ਦਾ ਕਿੰਨਾ ਖਰਚਾ ਹੈ ਜੀ। ਮੇਰੇ ਤੋਂ ਪੈਸੇ ਹੈ ਨਹੀਂ ਸੀ, ਘੱਟ ਸੀ, ਮੈਂ ਆਪਣਾ ਜਿਹੜਾ ਮਕਾਨ ਹੈ ਗਿਰਵੀ ਰੱਖ ਕੇ ਤਾਂ ਆਪਣੇ ਬੱਚੇ ਦਾ ਇਲਾਜ ਕਰਵਾਇਆ। ਜਿਹੜੇ ਸਵਾਲ ਮੈਨੂੰ ਪਹਿਲਾਂ ਕਰਨੇ ਚਾਹੀਦੇ ਸੀ ਮੈਂ ਬਾਅਦ 'ਚ ਕਰ ਰਿਹਾ। ਤੁਹਾਡੀ ਉਮਰ ਕਿੰਨੀ? ਮੇਰੀ 35 ਸਾਲ ਦੀ ਉਮਰ ਹੈ ਜੀ। 35 ਸਾਲ? ਹਾਂਜੀ, 35 ਸਾਲ ਦੀ ਉਮਰ ਹੋ ਗਈ, ਤੁਹਾਨੂੰ ਪਤਾ ਹੈ ਕਿ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਘਰ ਦੇ ਖਰਚੇ ਬਹੁਤ ਨੇ, ਘਰ ਦੇ ਵਿੱਚ ਮਜਬੂਰੀਆਂ ਬਹੁਤ ਨੇ, ਬੱਚਾ ਬਿਮਾਰ ਸੀ, CMC ਦੇ ਵਿੱਚ ਦਾਖਲ ਸੀ, ਉਹਦੇ ਤੇ ਖਰਚਾ ਹੁੰਦਾ ਸੀ, ਤੇ ਜੇਕਰ ਬੰਦਾ ਇਹਨਾਂ ਵਿਪਤਾ ਦੇ ਵਿੱਚ ਫਸਿਆ ਹੋਇਆ ਸੀ ਤੇ ਉਹ ਬਾਹਰ ਕਿਹੜਾ ਸੁੱਖ ਲੈਣ ਗਿਆ ਸੀ, ਕਿਹੜਾ ਸੁੱਖ ਦੇ ਵਿੱਚੋਂ ਜਿਹੜਾ ਇਹ ਤੁਸੀਂ ਦੁੱਖ ਖੜਾ ਕਰ ਲਿਆ, ਕੀ ਸੋਚ ਕੇ ਪੂਨਮ ਵੱਲ ਨੂੰ ਤੁਰ ਗਏ? ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਇਹ ਉਹ ਤਰਸੇਮ ਹੈ, ਇਹ ਉਹ ਗੁਰੂ ਦਾ ਤਰਸੇਮ ਆ ਜਿਹਨੇ ਗੁਰੂ ਦੇ ਨਾਂ ਨੂੰ ਦਾਗ ਲਾਇਆ, ਗੁਰੂ ਦੇ ਨਾਂ ਨੂੰ ਦਾਗ ਲਾਇਆ। ਤੇ ਤੁਹਾਨੂੰ ਦੱਸ ਦਈਏ ਦਰਸ਼ਕੋ, ਜੋ ਇਹਨੇ ਗੁਨਾਹ ਕੀਤਾ ਉਹ ਇਹਨੇ ਤਾਂ ਕੀਤਾ ਹੀ ਕੀਤਾ, ਪਰ ਇੱਕ ਨਾਂ ਹੋਰ ਸਾਹਮਣੇ ਆਇਆ ਉੱਭਰ ਕੇ, ਸ਼ੋਕੀ ਬਾਬਾ। ਇਸ ਮਸਲੇ 'ਚ ਉਹ ਸ਼ੋਕੀ ਬਾਬੇ ਦੀ ਜਿਹੜੀ ਰਿਕਾਰਡਿੰਗ ਆ ਉਹ ਤੁਹਾਨੂੰ ਅਸੀਂ ਸੁਣਾਵਾਂਗੇ, ਉਹ ਸੁਣਿਓ ਜ਼ਰੂਰ ਦਰਸ਼ਕੋ। ਉਹ ਚੈਨਲ 'ਤੇ ਵੀਡੀਓ ਪਈ ਆ, ਉਹ ਤੁਸੀਂ ਸੁਣਿਓ। ਸ਼ੋਕੀ ਬਾਬਾ ਕਹਿੰਦਾ ਹੈ ਉਸ ਮੁੰਡੇ ਨੂੰ, ਹਰਵਿੰਦਰ ਨੂੰ, ਜਿਹੜਾ ਪੱਤਰਕਾਰ ਹੈ, ਪਤਾ ਨਹੀਂ ਉਹ ਕੀ ਕਾਰਨ ਹੈ ਇਹਨਾਂ ਦਾ ਕੀ ਨਹੀਂ, ਉਹ ਮੁੰਡੇ ਦੀ ਗੱਲਬਾਤ ਹੋਈ ਆ ਤੇ ਸ਼ੋਕੀ ਬਾਬਾ ਕਹਿੰਦਾ ਜੋ ਤੂੰ ਕਰਨਾ ਕਰ ਲਾ। ਉਹਨੇ ਕਿਸੇ ਹੋਰ ਗੁਰੂ ਘਰ ਦੇ ਪਾਠੀ ਦਾ ਕਹਿ ਦਈਏ ਨਾਮ ਲਿਆ, ਕਿਸੇ ਨਿਹੰਗ ਸਿੰਘ ਦਾ ਨਾਮ ਲੈ ਕੇ ਉਹਨੇ ਬਕਾਇਦਾ ਸ਼ੋਕੀ ਬਾਬੇ ਨੇ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਬੈਠ ਕੇ ਸ਼ਰਾਬ ਪੀਂਦਾ ਤੇ ਮੀਟ ਖਾਂਦਾ, ਜੋ ਤੂੰ ਕਰਨਾ ਕਰ ਲਾ। ਇਹ ਸ਼ਬਦ ਸਾਡੇ ਸ਼ਬਦ ਨਹੀਂ, ਇਹ ਸ਼ੋਕੀ ਬਾਬੇ ਦੇ ਸ਼ਬਦ ਨੇ। ਦਰਸ਼ਕੋ ਇਹ ਜ਼ਰੂਰ ਸੁਣਿਓ ਤੇ ਆਪਣੇ ਜਿਹੜੇ ਵਿਚਾਰ ਨੇ ਉਹ ਜ਼ਰੂਰ ਦਿਓ ਕਿ ਇਦਾਂ ਦੇ ਲੋਕਾਂ ਦੇ ਨਾਲ ਕੀ ਆ, ਜਿਹੜਾ ਇਹਨਾਂ ਦੇ ਲੋਕਾਂ ਨੂੰ ਕਿੱਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ, ਕੀ ਇਨਸਾਫ ਹੋਣਾ ਚਾਹੀਦਾ ਇਹਨਾਂ ਲੋਕਾਂ ਨਾਲ, ਕੀ ਇਹ ਜਿਹੇ ਲੋਕ ਗੁਰੂ ਘਰਾਂ ਦੀ ਡਿਊਟੀ ਕਰਨ ਦੇ ਲਾਇਕ ਹੈ ਵੀ ਜਾਂ ਨਹੀਂ ਵੀ। ਤੇ ਦਰਸ਼ਕੋ ਇੱਕ ਵਿਚਾਰ ਇਹ ਵੀ ਆਪਣੇ ਦਿਓ ਕਿ ਪਿੰਡ ਜਿਹੜੇ ਹਰ ਮੁਹੱਲੇ ਗੁਰੂ ਘਰ ਬਣ ਰਹੇ ਨੇ, ਕੀ ਇਹ ਵੱਡਾ ਕਾਰਨ ਤਾਂ ਨਹੀਂ ਗੁਰੂ ਦੀ ਬੇਅਦਬੀ ਦਾ, ਗੁਰੂ ਦੇ ਨਾਮ ਦੇ ਉੱਪਰ ਕਲੰਕ ਲਾਉਣ ਦਾ? ਇਹ ਵੱਡਾ ਕਾਰਨ ਤਾਂ ਨਹੀਂ? Press the bell icon and never missing video from Sirat Punjab D.